गुरु जी, शुकराना गुरु जी, अनंतम शुकराना मेरे मालिक। एक तकिया परोसा तेरे चरना दा, होर सभे ढाइयां ढेरियां। एक तकिया परोसा तेरे चरना दा, होर सभे ढाइयां ढेरियां। होर सभे ढाइयां ढेरियां, होर सभे ढाइयां ढेरियां। एक तकिया परोसा तेरे चरना दा, होर सभे ढाइयां ढेरियां। एक तकिया परोसा तेरे चरना दा, होर सभे ढाइयां ढेरियां। एक राजा है जिस दे घर कोई औलाद नहीं है। राजा अपने मंत्री नूं कहंदा है, साडे घर कोई औलाद नहीं है, किसी पंडित नूं पुछो, कोई उपाय करिए कि साडे घर भी संतान होए, इस घर दा वारिस होए। ते पंडित कोल जांदा है मंत्री, ते पंडित कहंदा है कि महाराज, तुहानू एक बच्चे दी बलि देनी पएगी, जिस नाल तुहाडे घर एक पुत्र दा जन्म होएगा, तुहाडी संतान होएगी, जेड़ा आने वाले टाइम ते इस प्रजा दा राजा बनेगा। महाराज, एक बच्चे दी बलि। राजा कहंदा है, ठीक है, एक बच्चे दी बलि देवांगे। राजा मंत्री नूं नगर दे अंदर भेजदा है, की संदेश देंदा है कि एक बच्चा असी खरीदना है, मूँह मंगिया दाम दिता जाएगा, पर शर्त यह होवेगी कि वो बच्चा साडा गुलाम, असी उस बच्चे दा जो मर्जी जिस मर्जी विस असी उन्होंने इस्तेमाल कर सकते हैं। मंत्री यह संदेश लैके नगर विच घूमदा है, सब नूं दसदा है। ते एक गरीब आदमी जिस दे 4 पुत्तर हैं, उस दे 4 संतानां हन। वो आदमी उहदे 3 बच्चे ते काम काज विच काम व्यवहार विच जांदे ने। जेड़ा सब तो छोटा बच्चा है वो काम काज नहीं करता, वो गुरु घर गुरु भगती विच गुरु घर विच जाके जूठे बर्तन मांजदा है, जूठे गिलास धोंदा है, गुरु घर की सेवा करता है। पर माँ प्यो ने उहदा नाम निठल्ला रखिया होया सी कि यह काम काज नहीं करता, बस भगती विच लगिया रहिंदा है। ते क्यों ना असी इस नूं वेच दईए, एक ते मूँह मंगिया दाम मिलेगा और अपनी गरीबी भी दूर हो जाएगी। उस व्यक्ति ने मंत्री नूं कहा, असी अपना छोटा बच्चा वेच देवांगे, सानू मूँह मंगिया दाम दिता जाए। मंत्री संदेश लैके राजे कोल गया। राजा कहंदा, ठीक है, उस व्यक्ति नूं दरबार विच बुलाओ। वो व्यक्ति दरबार विच पहुंचा है ते राजा उस व्यक्ति नूं कहंदा है कि उस बच्चे नूं पूरी तरह सानू इस्तेमाल करन लई चाहिदा है, असी उसनूं जो चाहे करिए, तैनूं मंजूर है ते सौदा करदे हां। वो व्यक्ति कहंदा, मैनूं मंजूर है, जद मैं वेच ही दिता ते उसका शायद तुसी जिवें मर्जी इस्तेमाल करो। बच्चे नूं
ਰਾਜੇ ਨੂੰ ਵੇਚ ਦਿੰਦਾ ਹੈ। ਬੱਚਾ ਫਿਰ ਰਾਜੇ ਕੋਲ ਰੁਕ ਜਾਂਦਾ ਹੈ। ਉਹ ਵਿਅਕਤੀ ਉਸ ਦਾ ਦਾਮ ਲੈ ਕੇ ਵਾਪਸ ਚਲਾ ਜਾਂਦਾ ਹੈ। ਹੁਣ ਰਾਜਾ ਉਸ ਬੱਚੇ ਨੂੰ ਪੁੱਛਦਾ ਹੈ, ਜੋ ਜੋ ਅਸੀਂ ਕਵਾਂਗੇ ਤੈਨੂੰ ਉਹੀ ਕਰਨਾ ਪਏਗਾ। ਬੱਚਾ ਕਹਿੰਦਾ ਹੈ, ਮਹਾਰਾਜ, ਜਦੋਂ ਮੇਰੇ ਮਾਂ-ਪਿਓ ਨੇ ਮੈਨੂੰ ਵੇਚ ਹੀ ਦਿੱਤਾ, ਫਿਰ ਤੁਸੀਂ ਜਿਸ ਤਰ੍ਹਾਂ ਚਾਹੇ ਮੈਨੂੰ ਇਸਤੇਮਾਲ ਕਰੋ, ਕਿਉਂਕਿ ਮੈਂ ਤਾਂ ਮੁੱਲ ਹੀ ਵਿਕ ਗਿਆ ਹਾਂ। ਰਾਜਾ ਕਹਿੰਦਾ, ਠੀਕ ਹੈ, ਸਮਾਂ ਆਉਣ 'ਤੇ ਤੈਨੂੰ ਦੱਸਾਂਗੇ। ਸਮਾਂ ਨਿਕਲਦਾ ਗਿਆ। ਉਹ ਘੜੀ, ਉਹ ਟਾਈਮ ਆਇਆ ਜਦੋਂ ਉਸ ਦੀ ਬਲੀ ਦੇਣੀ ਸੀ। ਜਦੋਂ ਉਸ ਦੀ ਬਲੀ ਚੜ੍ਹਾਉਣੀ ਸੀ, ਉਹ ਦਿਨ, ਉਹ ਸਮਾਂ ਆ ਗਿਆ। ਅਤੇ ਮਹਾਰਾਜ, ਰਾਜਾ ਉਸ ਬੱਚੇ ਨੂੰ ਕਹਿਣ ਲੱਗਾ, ਅਸੀਂ ਤੇਰੀ ਬਲੀ ਚੜ੍ਹਾਉਣੀ ਹੈ, ਤੇਰੀ ਕੋਈ ਆਖਰੀ ਇੱਛਾ, ਕੋਈ ਆਖਰੀ ਗੱਲ ਜਿਹੜੀ ਤੂੰ ਕਹਿਣੀ ਹੋਏ ਉਹ ਦੱਸ। ਅਤੇ ਉਹ ਬੱਚਾ ਕਹਿਣ ਲੱਗਾ, ਮੈਨੂੰ ਥੋੜ੍ਹੀ ਜਿੰਨੀ ਮਿੱਟੀ ਲਿਆ ਦੇਵੋ, ਇਹੀ ਮੇਰੀ ਆਖਰੀ ਇੱਛਾ ਹੋਏਗੀ। ਅਤੇ ਰਾਜੇ ਨੇ ਉਸ ਦੇ ਵਾਸਤੇ ਥੋੜ੍ਹੀ ਜਿੰਨੀ ਮਿੱਟੀ ਮੰਗਵਾਈ। ਅਤੇ ਬੱਚਾ ਕੀ ਕਰਦਾ ਹੈ, ਉਸ ਮਿੱਟੀ ਦੀਆਂ 3 ਢੇਰੀਆਂ ਬਣਾ ਲੈਂਦਾ ਹੈ। 3 ਢੇਰੀਆਂ ਬਣਾ ਲੈਂਦਾ ਹੈ ਉਸ ਮਿੱਟੀ ਦੀਆਂ। ਅਤੇ ਇੱਕ ਮਿੱਟੀ ਦੀ ਢੇਰੀ ਪਹਿਲੇ ਢਾਹ ਦਿੰਦਾ ਹੈ, ਫਿਰ ਦੂਸਰੀ ਵੀ ਢਾਹ ਦਿੰਦਾ ਹੈ। ਅਤੇ ਇੱਕ ਮਿੱਟੀ ਦੀ ਢੇਰੀ ਜਿਹੜੀ ਹੈ ਉਹ ਬਣੀ ਰਹਿਣ ਦਿੰਦਾ ਹੈ। ਉਸ ਦੇ ਅੱਗੇ ਹੱਥ ਜੋੜਦਾ ਹੈ, ਨਮਸਕਾਰ ਕਰਦਾ ਹੈ, ਉਸ ਢੇਰੀ ਦੀ ਪਰਿਕਰਮਾ ਲਗਾਉਂਦਾ ਹੈ ਅਤੇ ਹੱਥ ਜੋੜ ਕੇ ਬੈਠ ਜਾਂਦਾ ਹੈ। ਅਤੇ ਰਾਜੇ ਨੂੰ ਕਹਿੰਦਾ ਹੈ, ਮਹਾਰਾਜ, ਹੁਣ ਤੁਸੀਂ ਮੈਨੂੰ ਜਿਸ ਤਰ੍ਹਾਂ ਚਾਹੇ ਇਸਤੇਮਾਲ ਕਰ ਸਕਦੇ ਹੋ। ਅਤੇ ਰਾਜਾ ਬੜਾ ਹੈਰਾਨ ਹੋ ਗਿਆ ਕਿ ਇਸ ਨੇ 3 ਢੇਰੀਆਂ ਬਣਾਈਆਂ ਸੀ, 2 ਤਾਂ ਢਾਹ ਦਿੱਤੀਆਂ ਅਤੇ ਇੱਕ ਰਹਿਣ ਦਿੱਤੀ। ਉਸ ਦੀ ਪੂਜਾ ਕਰਕੇ, ਉਸ ਨੂੰ ਹੱਥ ਜੋੜ ਕੇ, ਉਸ ਦੀ ਪਰਿਕਰਮਾ ਲਾ ਕੇ ਅਤੇ ਉਸ ਦੇ ਕੋਲ ਬੈਠ ਗਿਆ। ਬੱਚਾ ਸੀ, ਮੈਂ ਸਮਝ ਸਕਦਾ ਹਾਂ, ਅਗਰ ਬਚਪਨਾ ਕੀਤਾ ਹੈ ਅਤੇ 3 ਢੇਰੀਆਂ ਬਣਾ ਕੇ ਅਤੇ 3 ਢਾਹ ਦਿੰਦਾ ਅਤੇ ਗੱਲ ਕੁਝ ਸਮਝ ਆਉਂਦੀ। 2 ਤਾਂ ਇਹਨੇ ਢਾਹ ਦਿੱਤੀਆਂ ਅਤੇ ਇੱਕ ਨੂੰ ਹੱਥ ਜੋੜ ਕੇ ਪਰਿਕਰਮਾ ਕਰਕੇ ਉਸ ਦੇ ਕੋਲ ਬੈਠ ਗਿਆ ਹੈ। ਰਾਜਾ ਕਹਿਣ ਲੱਗਾ ਉਸ ਬੱਚੇ ਨੂੰ, ਤੂੰ 2 ਢੇਰੀਆਂ ਢਾਹ ਦਿੱਤੀਆਂ ਨੇ ਅਤੇ ਇੱਕ ਰਹਿਣ ਦਿੱਤੀ, ਇਸ ਦੀ ਕੀ ਵਜ੍ਹਾ ਹੈ, ਮੈਨੂੰ ਦੱਸ। ਅਤੇ ਬੱਚਾ ਕਹਿਣ ਲੱਗਾ, ਮਹਾਰਾਜ, ਤੁਸੀਂ ਇਹ ਸਭ ਪੁੱਛ ਕੇ ਕੀ ਕਰੋਗੇ? ਤੁਸੀਂ ਆਪਣਾ ਕੰਮ ਕਰੋ, ਮੈਂ ਆਪਣਾ ਕੰਮ ਕਰ ਦਿੱਤਾ। ਰਾਜਾ ਕਹਿੰਦਾ, ਨਹੀਂ, ਤੈਨੂੰ ਮੈਨੂੰ ਦੱਸਣਾ ਪਏਗਾ, ਕਿਉਂਕਿ ਮੈਂ ਤੈਨੂੰ ਮੁੱਲ ਖਰੀਦਿਆ ਹੈ। ਤੈਨੂੰ ਮੇਰੀ ਆਗਿਆ ਦਾ ਪਾਲਨ ਕਰਨਾ ਪਏਗਾ। ਜੋ ਮੈਂ ਪੁੱਛਿਆ ਹੈ ਤੂੰ ਉਸ ਦਾ ਜਵਾਬ ਦੇ। ਤੂੰ 2 ਢੇਰੀਆਂ ਢਾਹ ਦਿੱਤੀਆਂ ਨੇ, ਇੱਕ ਰਹਿਣ ਦਿੱਤੀ, ਇਹ ਤੂੰ ਕੀ ਕੀਤਾ ਹੈ? ਅਤੇ ਬੱਚਾ ਰਾਜੇ ਨੂੰ ਕੀ ਦੱਸਦਾ ਹੈ ਕਿ ਪਹਿਲੀ ਢੇਰੀ ਮੈਂ ਢਾਈ ਹੈ ਆਪਣੇ ਮਾਤਾ ਪਿਤਾ ਦੀ, ਜਿਸ ਨੇ ਸਾਨੂੰ ਜਨਮ ਦਿੱਤਾ। ਇਸ ਸੰਸਾਰ ਵਿੱਚ, ਇਸ ਦੁਨੀਆ ਵਿੱਚ ਅਸੀਂ ਆਏ। ਸਾਡੇ ਪਾਲਣ ਪੋਸ਼ਣ ਦਾ ਜ਼ਿੰਮਾ ਸਾਡੇ ਮਾਂ ਪਿਓ ਦਾ ਸੀ। ਉਹ ਪਾਲਣ ਪੋਸ਼ਣ ਪੂਰਾ ਨਹੀਂ ਕਰ ਪਾਏ, ਆਪਣੇ ਬੱਚੇ ਨੂੰ ਵੇਚ ਦਿੱਤਾ, ਆਪਣੇ ਬੱਚੇ ਦੇ ਸਹਾਇਕ ਨਹੀਂ ਬਣੇ, ਇਸ ਲਈ ਮੈਂ ਉਹ ਢੇਰੀ ਢਾਹ ਦਿੱਤੀ। ਦੂਸਰੀ ਢੇਰੀ ਹੁੰਦੀ ਹੈ, ਕਿਉਂ ਢਾਈ ਮੈਂ, ਉਹ ਹੈ ਰਾਜਾ ਦੀ। ਰਾਜੇ ਦਾ ਕਰਤੱਵਯ ਹੈ ਆਪਣੀ ਪ੍ਰਜਾ ਦੀ ਰੱਖਿਆ ਕਰਨਾ। ਕੋਈ ਵੀ ਪ੍ਰਜਾ ਵਿੱਚ ਦੁਖੀ ਹੈ, ਉਸ ਦੀ ਰੱਖਿਆ ਕਰਨਾ, ਉਸ ਦੀ ਪਾਲਣਾ ਕਰਨਾ, ਉਸ ਦੀ ਦੇਖ ਰੇਖ ਕਰਨਾ। ਅਤੇ ਤੁਸੀਂ ਰਾਜਾ, ਮਹਾਰਾਜ
ਤੁਸੀਂ ਵੀ ਮੇਰੀ ਰਕਸ਼ਾ ਨਹੀਂ ਕੀਤੀ, ਮੇਰੀ ਬਲੀ ਚੜਾਣੀ ਹੈ, ਇਸ ਕਰਕੇ ਮੈਂ ਦੂਸਰੀ ਢੇਰੀ ਵੀ ਢਾ ਦਿੱਤੀ। ਇਹ ਤੀਸਰੀ ਢੇਰੀ ਹੈ ਮੇਰੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਮੇਰੇ ਗੁਰੂ ਜੀ ਦੀ। ਕਿਉਂ ਇਹ ਢੇਰੀ ਮੈਂ ਕਿਉਂ ਨਹੀਂ ਢਾਈ? ਕਿਉਂਕਿ ਉਸ ਮਾਲਕ ਦਾ ਆਸਰਾ ਮੈਂ ਲਿਆ, ਉਸ ਮਾਲਕ ਅੱਗੇ ਹੱਥ ਜੋੜੇ ਕਿ ਜੋ ਤੇਰੀ ਰਹਿਮਤ, ਜੋ ਤੇਰੀ ਕਿਰਪਾ ਉਹ ਮੈਨੂੰ ਮਨਜ਼ੂਰ ਹੈ। ਜਿਵੇਂ ਤੂੰ ਚਾਹੇ ਉਸ ਤਰ੍ਹਾਂ ਮੈਨੂੰ ਰੱਖੋ, ਉਸ ਤਰ੍ਹਾਂ ਇਸਤੇਮਾਲ ਕਰੋ। ਮੈਂ ਆਪਣੇ ਮਾਲਿਕ 'ਤੇ ਛੱਡ ਦਿੱਤਾ, ਮੈਂ ਆਪਣੇ ਪਰਮਾਤਮਾ 'ਤੇ ਸਭ ਕੁਝ ਛੱਡ ਦਿੱਤਾ। ਇਸ ਲਈ ਇਹ ਢੇਰੀ ਮੈਂ ਰਹਿਣ ਦਿੱਤੀ, ਉਸ ਨੂੰ ਹੱਥ ਜੋੜ ਕੇ ਉਸ ਦੀ ਪਰਿਕਰਮਾ ਕੀਤੀ, ਉਸ ਨੂੰ ਨਮਸਕਾਰ ਕੀਤਾ। ਰਾਜਾ ਕਹਿਣ ਲੱਗਾ, ਮਨ ਵਿੱਚ ਵਿਚਾਰ ਕਰਨ ਲੱਗਾ ਕਿ ਛੋਟਾ ਜਿਹਾ ਬਾਲਕ ਹੈ ਅਤੇ ਕਿਤਨਾ ਗਿਆਨ ਦੀਆਂ ਗੱਲਾਂ ਕਰਦਾ ਹੈ। ਅਤੇ ਰਾਜੇ ਦੇ ਮਨ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਇਸ ਬੱਚੇ ਨੂੰ ਗੋਦ ਲੈ ਲਿੱਤਾ ਜਾਏ ਅਤੇ ਇਸ ਬੱਚੇ ਨੂੰ ਹੀ ਆਪਣਾ ਵਾਰਿਸ, ਆਪਣਾ ਪੁੱਤਰ ਬਣਾ ਲਿੱਤਾ ਜਾਏ। ਕਿਉਂਕਿ ਇਸ ਬੱਚੇ ਦੀ ਬਲੀ ਦੇਵਾਂਗਾ ਫਿਰ ਵੀ ਕੋਈ ਪੱਕਾ ਨਹੀਂ ਹੈ ਕਿ ਮੇਰੇ ਘਰ ਸੰਤਾਨ ਹੋਵੇ, ਅਤੇ ਕਿਉਂ ਨਾ ਇਸ ਬੱਚੇ ਨੂੰ ਹੀ ਆਪਣੀ ਸੰਤਾਨ, ਆਪਣਾ ਬੱਚਾ ਬਣਾ ਲਵਾਂ। ਮਹਾਰਾਜ ਨੇ ਮੰਤਰੀ ਨੂੰ ਕਿਹਾ, ਜਾਓ ਨਗਰ ਵਿੱਚ ਕਹਿ ਦੇਵੋ ਕਿ ਅੱਜ ਤੋਂ ਇਹ ਮੇਰਾ ਬੱਚਾ ਹੈ, ਇਹ ਮੇਰੀ ਸੰਤਾਨ ਹੈ। ਰਾਜੇ ਨੂੰ ਗਿਆਨ ਹੋ ਗਿਆ, ਉਸਨੇ ਉਸ ਬੱਚੇ ਨੂੰ ਗੋਦ ਲੈ ਕੇ ਆਪਣੀ ਸੰਤਾਨ ਬਣਾ ਲਿਆ। ਅਤੇ ਕਹਿੰਦੇ ਨੇ ਉਸ ਰਾਜੇ ਦੇ ਘਰ ਜਿਹੜਾ ਬੱਚਾ ਜਿਸ ਨੂੰ ਗੋਦ ਲਿਆ ਸੀ, ਉਸਨੇ ਫਿਰ ਬਹੁਤ ਹੀ ਪਰਉਪਕਾਰੀ ਕੰਮ ਕੀਤੇ, ਦੇਸ਼ਾਂ ਵਿੱਚ ਬਹੁਤ ਨਾਮ ਕਮਾਇਆ। ਉਸ ਰਾਜਾ ਨੇ ਬਹੁਤ ਨਾਮ ਕਮਾਇਆ, ਬਹੁਤ ਹੀ ਸੇਵਾ, ਪ੍ਰਜਾ ਦੀ ਸੇਵਾ ਕੀਤੀ। ਅਤੇ ਉਸ ਬੱਚੇ ਨੂੰ ਫਿਰ ਰਾਜਾ ਬਣਾ ਦਿੱਤਾ ਗਿਆ। ਰਾਜਾ ਬਣਨ ਤੋਂ ਬਾਅਦ ਵੀ ਕਈ ਪੀੜ੍ਹੀਆਂ ਤੱਕ ਸਭ ਉਸ ਰਾਜ ਦੇ ਅੰਦਰ ਸਭ ਸੁਖੀ ਰਹੇ, ਸਭ ਦੀ ਕਿਰਪਾ, ਸਭ ਦੀ ਸਹਾਇਕ ਬਣੇ ਉਹ ਰਾਜਾ। ਅਤੇ ਦੇਖੋ ਗੁਰੂ ਕਿਰਪਾ, ਉਸ ਪਰਮਾਤਮਾ ਨੇ ਕਿਰਪਾ ਕੀਤੀ, ਜਿਸ ਬੱਚੇ ਦੀ ਉਹ ਰਾਜਾ ਬਲੀ ਦੇਣਾ ਚਾਹੁੰਦਾ ਸੀ, ਉਹੀ ਬੱਚਾ ਅੱਜ ਰਾਜਾ ਬਣਿਆ। ਅਤੇ ਪਰਮਾਤਮਾ ਨੇ ਕਿਰਪਾ ਕੀਤੀ, ਪਰਮਾਤਮਾ ਨੇ ਉਸ ਦੇ ਸਹਾਇਕ ਬਣੇ। ਅਤੇ ਤਾਈਓ ਕਹਿੰਦੇ ਨੇ ਕਿ ਜਦੋਂ ਅਸੀਂ ਪਰਮਾਤਮਾ ਨੂੰ, ਗੁਰੂ ਨੂੰ ਯਾਦ ਕਰਨੇ ਹਾਂ ਸੱਚੇ ਦਿਲੋਂ, ਅਤੇ ਉਹ ਸਾਡੇ ਸਹਾਇਕ ਬਣਦੇ ਨੇ, ਸਾਡੇ 'ਤੇ ਕਸ਼ਟ ਨਹੀਂ ਆਉਣ ਦਿੰਦੇ, ਸਾਡੇ 'ਤੇ ਕਿਰਪਾ ਕਰਦੇ ਨੇ। ਤਾਈਓ ਉਸਨੇ ਕਿਹਾ, ਉਸ ਬੱਚੇ ਨੇ ਕੀ ਕਿਹਾ ਸੀ ਕਿ ਇੱਕ ਤੱਕਿਆ ਭਰੋਸਾ ਤੇਰੇ ਚਰਨਾਂ ਦਾ, ਹੋਰ ਸਭੇ ਢਾਈਆਂ ਢੇਰੀਆਂ। ਇੱਕ ਤੱਕਿਆ ਭਰੋਸਾ ਤੇਰੇ ਚਰਨਾਂ ਦਾ, ਹੋਰ ਸਭੇ ਢਾਈਆਂ ਢੇਰੀਆਂ। ਇੱਕ ਤੱਕਿਆ ਭਰੋਸਾ ਤੇਰੇ ਚਰਨਾਂ ਦਾ, ਹੋਰ ਸਭੇ ਢਾਈਆਂ ਢੇਰੀਆਂ। ਹੋਰ ਸਭੇ ਢਾਈਆਂ ਢੇਰੀਆਂ, ਹੋਰ ਸਭੇ ਢਾਈਆਂ ਢੇਰੀਆਂ। ਹੋਰ ਸਭੇ ਢਾਈਆਂ ਢੇਰੀਆਂ, ਹੋਰ ਸਭੇ ਢਾਈਆਂ ਢੇਰੀਆਂ। ਇੱਕ ਤੱਕਿਆ ਭਰੋਸਾ ਤੇਰੇ ਚਰਨਾਂ ਦਾ, ਹੋਰ ਸਭੇ ਢਾਈਆਂ ਢੇਰੀਆਂ। ਇੱਕ ਤੱਕਿਆ ਭਰੋਸਾ ਤੇਰੇ ਚਰਨਾਂ ਦਾ, ਹੋਰ ਸਭੇ ਢਾਈਆਂ ਢੇਰੀਆਂ। ਸਤਨਾਮ 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 ਜੀ, ਵਾਹਿਗੁਰੂ 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 ਜੀ। ਸਤਨਾਮ 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 ਜੀ,
ਵਾਹਿਗੁਰੂ 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 ਜੀ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਧੰਨ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जय गुरु जी। शुक्राना गुरु जी, अनंतम शुक्राना मेरे मालिक। जय गुरु जी।